गुरु प्यारिओ फतेह दी सांझ करो जी। वाहिगुरु जी का खालसा वाहिगुरु जी की फतेह। अज आपां रूप बसंत दे जीवन दे उत्ते तुहाडे नाल गल करांगे। राजा खड़क सैन ते राणी रूपवती जिन्हां दे दो पुत्तर सन, रूप ते बसंत। एक दिन की होया, राणी महल विच बैठी देख रही है चिड़ियां दे घुरने दे विच चिड़ी चिड़ा बैठे हन। उन्हां दे 4 बच्चे हन। की होया, चिड़ी जांदी है, चोगा लैके आउंदी है, अपने बच्चों नूं खिलाउंदी है। राणी बैठी देख रही है। रोज़ इस तरह ही करती है। कुछ दिन बीते, चिड़ी मर गई। चिड़ी मर गई, चिड़ा होर चिड़ी लैके आया। जदों दूजी चिड़ी आई, उन्हें बच्चों नूं चोगा नहीं दिता। बच्चे आलने चों थल्ले सुट दिते और बच्चे बड़ी मुश्किल दे नाल अपना दाना पानी खा के गुजारा करदे। राणी रोज़ देखदी रहिंदी। राणी बराग च आई ते बीमार पै गई। बीमार पै गई, उन्हें राजे नूं बुलाया ते कहन लगी, महाराज मेरे मरदे पिछों तुसीं दूजा ब्याह ना करवायो, नहीं तो मेरे बच्चे रुल जाणगे। राजा कहंदा, राणी तैनूं कुछ नहीं हुंदा, चल जे तू कहनी है तो मैं नहीं ब्याह कराऊँगा। इन्नी गल कहण दी देर सी, राणी ने प्राण त्यागते। थोड़ा समा लंघिया, राजे दे सैनापति मंत्री कहन लगे, राजा महाराज तुसीं दूजा ब्याह करवा लो, तुहाडी जिंदगी सौखी लंघ जाएगी, बच्चे भी पल जाणगे। राजे ने दूजा ब्याह करवाया। राणी चंद्रवती घर विच लै आंदी। चंद्रवती अपने महलों विच बैठी है। की देखदी है, रूप ते बसंत खिद्दू खेड रहे हैं। की होया, रूप ने बॉल मारी है, खिद्दू मारिया और राणी दे महल विच जा डिगया। बसंत भज्जा भज्जा गया महल दे अंदर। की देखदा, अगे गोलियां बैठियां ने। वो पुछदियां, बसंत किधर आया? कहंदा मेरा खिद्दू डिग गया, वो लैण आया। वो कहंदियां देख लै। उन्होंने खिद्दू चक्या, जदों तुरन लग्या ते राणी ने आवाज़ मारी, बसंत इधर आ जा। बसंत गया, पैरीं हथ लाए, नमस्कार कीती। राणी बसंत दा रूप देख के, उहदी जवानी नूं देख के उहदे ते मोहित हो गई ते राणी दे मन विच पुठे पुठे विचार आउण लगे। उहदे विचारां तों
ਬਸੰਤ ਬਹੁਤ ਪਰੇਸ਼ਾਨ ਹੋਇਆ। ਸੰਤ ਕਹਿੰਦਾ ਤੂੰ ਮੇਰੀ ਧਰਮ ਦੀ ਮਾਂ ਹੈ, ਤੈਨੂੰ ਇਹ ਗੱਲਾਂ ਸੋਭਦੀਆਂ ਨਹੀਂ। ਇੰਨੀ ਗੱਲ ਕਹਿ ਕੇ ਬਾਂਹ ਛੁਡਾ ਕੇ ਭੱਜ ਆਇਆ। ਰਾਣੀ ਬੜੀ ਕ੍ਰੋਧ ਵਿੱਚ ਆਈ। ਜਦੋਂ ਮਹਿਲ 'ਚੋਂ ਬਾਹਰ ਆਇਆ ਤਾਂ ਡਰ ਰਿਹਾ ਹੈ। ਰੂਪ ਕਹਿੰਦਾ ਬਸੰਤ ਕੀ ਹੋਇਆ? ਉਹਨੇ ਸਾਰੀ ਗੱਲ ਦੱਸੀ ਤੇ ਘਰੋਂ ਬਾਹਰ ਚਲੇ ਗਏ। ਬਾਹਰ ਜਾ ਕੇ ਖੇਡਣਾ ਸ਼ੁਰੂ ਕਰਤਾ। ਜਦੋਂ ਰਾਜਾ ਖੜਕਸੈਨ ਆਇਆ, ਰਾਣੀ ਕਹਿਣ ਲੱਗੀ ਦੇਖੋ ਰਾਜਨ, ਤੇਰੇ ਪੁੱਤਰਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ। ਦੇਖੋ ਮੇਰੇ ਸਾਰੇ ਬਸਤਰ ਪਾੜ ਦਿੱਤੇ ਹਨ। ਇੰਨੀ ਗੱਲ ਕਹੀ। ਰਾਜਾ ਕ੍ਰੋਧ 'ਚ ਆਇਆ ਤੇ ਆਪਣੇ ਬੱਚਿਆਂ ਨੂੰ ਬੁਲਾਇਆ ਤੇ ਮੌਤ ਦੀ ਸਜ਼ਾ ਸੁਣਾ ਦਿੱਤੀ। ਪਿਆਰਿਓ, ਜਿਹੜੇ ਸੈਨਾਪਤੀ ਸਨ ਬਹੁਤ ਸਿਆਣੇ ਸਨ। ਉਹ ਕਹਿੰਦੇ ਮਹਾਰਾਜ ਤੁਹਾਡੇ ਬੱਚੇ ਹਨ, ਇਹਨਾਂ ਨੂੰ ਮੌਤ ਦੀ ਸਜ਼ਾ ਨਾ ਸੁਣਾਓ। ਜੇ ਤੁਸੀਂ ਸਜ਼ਾ ਦੇਣੀ ਹੈ ਤਾਂ ਦੇਸ਼ ਨਿਕਾਲਾ ਦੇ ਦਿਓ। ਚਲੋ ਉਹਨੇ ਆਪਣੇ ਮੰਤਰੀਆਂ ਦੇ ਮਗਰ ਲੱਗ ਕੇ ਦੇਸ਼ ਨਿਕਾਲਾ ਦੇ ਦਿੱਤਾ। ਦੋਨੇ ਭਰਾ ਜੰਗਲਾਂ ਵਿੱਚ ਜਾ ਰਹੇ ਹਨ। ਰਾਤ ਪੈ ਗਈ। ਕੀ ਦੇਖ ਰਿਹਾ? ਜੰਗਲੀ ਇਲਾਕਾ ਹੈ। ਆਪਸ ਵਿੱਚ ਸਲਾਹ ਕਰਦੇ ਹਨ। ਇੱਕ ਜਣਾ ਸੌ ਜਾਂਦਾ ਹੈ, ਦੂਜਾ ਖਲੋ ਕੇ ਰਾਖੀ ਕਰਦਾ ਹੈ, ਕੋਈ ਜੰਗਲੀ ਜਾਨਵਰ ਨਾ ਸਾਨੂੰ ਪੈ ਜਾਏ। ਫਿਰ ਅੱਧੀ ਰਾਤ ਨੂੰ ਦੂਜਾ ਉੱਠਦਾ ਹੈ ਤਾਂ ਦੂਜਾ ਸੌ ਜਾਂਦਾ ਹੈ। ਇਸ ਤਰ੍ਹਾਂ ਬਾਰੋ ਬਾਰੀ ਪਹਿਰਾ ਦੇ ਕੇ ਆਰਾਮ ਕਰਦੇ। ਕੁਛ ਦਿਨ ਬੀਤੇ। ਬਹੁਤ ਗਰਮੀ ਸੀ, ਠੰਡੀ ਹਵਾ ਚੱਲ ਰਹੀ ਸੀ। ਰੂਪ ਸੁੱਤਾ ਪਿਆ ਸੀ। ਬਸੰਤ ਪਹਿਰੇ 'ਤੇ ਖੜ੍ਹਾ ਸੀ। ਬਸੰਤ ਨੂੰ ਵੀ ਜਦੋਂ ਠੰਡੀ ਹਵਾ ਦੇਖ ਕੇ ਉਸ ਨੂੰ ਵੀ ਨੀਂਦ ਆ ਗਈ। ਦੋਨੇ ਭਾ ਸੌਂ ਗਏ। ਕੀ ਹੋਇਆ? ਉਦੋਂ ਇੱਕ ਸੱਪ ਆਇਆ। ਉਹਨੇ ਬਸੰਤ ਦੇ ਸਾਹ ਖਿੱਚ ਲਏ ਤੇ ਚਲਿਆ ਗਿਆ। ਜਦੋਂ ਰੂਪ ਨੂੰ ਜਾਗ ਆਈ, ਉਹ ਕੀ ਦੇਖਦਾ ਵੀ ਬਸੰਤ ਵੀ ਸੁੱਤਾ ਪਿਆ। ਉਹਨੂੰ ਉਠਾਲਦਾ ਪਰ ਉਹ ਨਹੀਂ ਉੱਠਦਾ। ਉਹ ਦੇਖਦਾ ਇਹ ਤਾਂ ਮੁਕਤ ਹੋ ਗਿਆ ਹੈ, ਇਹਦੇ ਪ੍ਰਾਣ ਚਲੇ ਗਏ ਹਨ। ਬਹੁਤ ਰੋਂਦਾ ਹੈ, ਬਹੁਤ ਦੁਖੀ ਹੈ। ਉਹਦੇ ਵਾਸਤੇ ਕਫਨ ਲੈਣ ਵਾਸਤੇ ਤੁਰਿਆ ਜਾ ਰਿਹਾ ਹੈ। ਤੁਰਿਆ ਜਾਂਦਾ ਮਿਸਰ ਸ਼ਹਿਰ ਦੇ ਕੋਲ ਪਹੁੰਚ ਗਿਆ। ਜਦੋਂ ਮਿਸਰ ਸ਼ਹਿਰ ਦੇ ਕੋਲ ਪਹੁੰਚਿਆ, ਕੀ ਦੇਖ ਰਿਹਾ ਹੈ? ਸਾਰੇ ਪਾਸੇ ਹਨੇਰਾ ਹੈ, ਸਨਕਾਟਾ ਛਾਇਆ ਹੋਇਆ ਹੈ। ਦਿਨ ਚੜ੍ਹਦੇ ਨੂੰ ਰੂਪ ਮਿਸਰ ਸ਼ਹਿਰ ਦੇ ਵਿੱਚ ਅੰਦਰ ਐਂਟਰੀ ਕਰ ਗਿਆ। ਅੰਦਰ ਪਹੁੰਚ ਗਿਆ। ਕੀ ਦੇਖਿਆ? ਉੱਥੇ ਦੇ ਲੋਕ ਇਕੱਠੇ ਹੋਏ। ਉਹਨਾਂ ਨੇ ਰੂਪ ਨੂੰ ਫੜ ਲਿਆ। ਉਹਨਾਂ ਨੇ ਸੋਚਿਆ ਸੀ ਸਾਡਾ ਰਾਜਾ ਤੁਰ ਗਿਆ ਹੈ। ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਬੰਦਾ ਸਾਨੂੰ ਮਿਲੂਗਾ, ਉਹਨੂੰ ਰਾਜ ਗੱਦੀ ਦਿੱਤੀ ਜਾਊਗੀ। ਇਸ ਤਰ੍ਹਾਂ ਉਹਨਾਂ ਨੇ ਰੂਪ ਨੂੰ ਫੜਿਆ ਤੇ ਰਾਜ 'ਤੇ ਬਿਠਾ ਦਿੱਤਾ। ਰੂਪ
ਮਿਸਰ ਸ਼ਹਿਰ ਦਾ ਰਾਜਾ ਬਣ ਗਿਆ। ਇੱਧਰ ਬਸੰਤ ਸੁੱਤਾ ਪਿਆ ਹੈ। ਇੱਕ ਰਿਸ਼ੀ ਜੀ ਆਏ। ਉਹ ਦੇਖ ਰਿਹਾ ਕਿੰਨਾ ਸੁੰਦਰ ਬੱਚਾ ਹੈ। ਦਿਨ ਚੜ੍ਹ ਗਿਆ ਹੈ, ਉੱਠਿਆ ਨਹੀਂ, ਆਰਾਮ ਕਰ ਰਿਹਾ ਹੈ। ਪਰ ਇਹ ਆਰਾਮ ਕਰਨ ਦਾ ਸਮਾਂ ਨਹੀਂ ਹੈ, ਇਹ ਨਾਮ ਜਪਣ ਦਾ ਸਮਾਂ ਹੈ। ਰਿਸ਼ੀ ਜੀ ਨੇ ਜਾ ਕੇ ਬੱਚੇ ਨੂੰ ਉਠਾਲਿਆ, ਪਰ ਬੱਚਾ ਨਹੀਂ ਉੱਠਦਾ। ਫਿਰ ਉਹਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਦੇਖਿਆ ਕਿ ਇਹ ਬੱਚੇ ਦੇ ਪ੍ਰਾਣ ਸੱਪ ਨੇ ਖਿੱਚ ਲਏ ਹਨ। ਰਿਸ਼ੀ ਨੇ ਆਪਣੀ ਬੰਦਗੀ ਤਪੱਸਿਆ ਦੇ ਨਾਲ ਸੱਪ ਨੂੰ ਬੁਲਾਇਆ, ਉਹਦੇ ਪ੍ਰਾਣ ਵਾਪਸ ਕੀਤੇ। ਬਸੰਤ ਉੱਠਦਾ ਹੈ, ਕੀ ਦੇਖਦਾ? ਰਿਸ਼ੀ ਜੀ ਸਾਹਮਣੇ ਬੈਠੇ ਹਨ। ਉਹਨਾਂ ਦੇ ਪੈਰੀਂ ਪੈ ਗਿਆ ਅਤੇ ਕਹਿਣ ਲੱਗਾ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣਾ ਚੇਲਾ ਬਣਾ ਲਓ। ਔਰ ਰਿਸ਼ੀ ਜੀ ਕਹਿਣ ਲੱਗੇ, ਤੂੰ ਕੌਣ? ਉਹਨੇ ਆਪਣੀ ਸਾਰੀ ਵਾਰਤਾ ਸੁਣਾਈ। ਅਸੀਂ ਰਾਜਾ ਖੜਕ ਸੈਨ ਦੇ ਪੁੱਤਰ ਹਾਂ, ਰੂਪ ਅਤੇ ਬਸੰਤ। ਮੇਰਾ ਭਾਈ ਮੇਰੇ ਤੋਂ ਵਿਛੜ ਗਿਆ। ਰਿਸ਼ੀ ਜੀ ਨੇ ਜਦੋਂ ਅੰਤਰ ਦ੍ਰਿਸ਼ਟੀ ਨਾਲ ਦੇਖਿਆ ਕਿ ਰੂਪ ਤੇ ਮਿਸਰ ਦਾ ਰਾਜਾ ਬਣ ਗਿਆ ਹੈ, ਅਤੇ ਬਸੰਤ ਨੂੰ ਕਹਿਣ ਲੱਗੇ, ਬਸੰਤ ਤੂੰ ਸਿਮਰਨ ਭਜਨ ਬੰਦਗੀ ਕਰਿਆ ਕਰ, ਅਤੇ ਤੈਨੂੰ ਤੇਰਾ ਰਾਜ ਮੈਂ ਦਿਲਾਊਂਗਾ। ਕੀ ਹੋਇਆ? ਸਮਾਂ ਬੀਤਿਆ। ਰਿਸ਼ੀ ਜੀ ਨੇ ਬਸੰਤ ਨੂੰ ਸਿਮਰ ਭਜਨ ਬੰਦਗੀ ਵਿੱਚ ਲਾਇਆ ਔਰ ਸ਼ਾਸਤਰ ਵਿੱਦਿਆ ਵੀ ਦਿੱਤੀ। ਬਸੰਤ ਤੀਰਅੰਦਾਜ਼ੀ ਦਾ ਬਹੁਤ ਮਾਹਰ ਬਣ ਗਿਆ। ਕੁਝ ਸਮਾਂ ਬੀਤਿਆ। ਮਿਸਰ ਵਿੱਚ ਇੱਕ ਜੰਗਲੀ ਸ਼ੇਰ ਪੈਂਦਾ ਸੀ। ਉਹ ਰੋਜ਼ ਕਿਸੇ ਨਾ ਕਿਸੇ ਨੂੰ ਖਾ ਜਾਂਦਾ। ਅਤੇ ਬਸੰਤ ਗਿਆ, ਮਿਸਰ ਸ਼ਹਿਰ ਦੇ ਜਾ ਕੇ ਬਾਹਰ ਖੜ੍ਹ ਗਿਆ। ਜਦੋਂ ਦੁਬਾਰਾ ਸ਼ੇਰ ਆਇਆ ਅਤੇ ਬਸੰਤ ਨੇ ਤੀਰ ਮਾਰ ਕੇ ਸ਼ੇਰ ਨੂੰ ਮਾਰ ਦਿੱਤਾ, ਅਤੇ ਉਹਦੇ ਉੱਤੇ ਬਹੁਤ ਇਨਾਮ ਰੱਖਿਆ ਸੀ। ਜਿਹੜਾ ਸ਼ੇਰ ਨੂੰ ਮਾਰੇਗਾ ਉਹਨੂੰ ਇਨਾਮ ਦਿੱਤਾ ਜਾਏਗਾ। ਕੀ ਹੋਇਆ? ਉੱਥੇ ਦੇ ਸੈਨਾਪਤੀਆਂ ਨੇ ਬਸੰਤ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਅਤੇ ਇਨਾਮ ਲੈਣ ਵਾਸਤੇ ਰਾਜੇ ਕੋਲ ਆਪ ਚਲੇ ਗਏ। ਕੀ ਹੋਇਆ? ਬਸੰਤ ਨੂੰ ਮਾਰ ਕੇ ਸੁੱਟ ਦਿੱਤਾ। ਪਰ ਪਿਆਰਿਓ, ਜਿਸ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ। ਬਸੰਤ ਬਚ ਗਿਆ। ਉੱਥੋਂ ਤੁਰਿਆ ਤੁਰਿਆ ਜਾ ਰਿਹਾ ਹੈ ਅਤੇ ਸੈਨਾਪਤੀਆਂ ਨੇ ਫਿਰ ਫੜ ਲਿਆ। ਕਹਿੰਦੇ ਅਸੀਂ ਤਾਂ ਮਾਰਿਆ ਸੀ, ਇਹ ਬਚ ਗਿਆ। ਉਹਨੂੰ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰਦੇ ਹੈ। ਕਹਿੰਦੇ, ਮਹਾਰਾਜ ਇਸ ਬੰਦੇ ਨੇ ਬਹੁਤ ਕਤਲ ਕੀਤੇ ਹਨ। ਵੀ ਕਤਲ ਕੀਤੇ ਹਨ? ਕਹਿੰਦੇ ਹਾਂਜੀ। ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੱਡ ਦਿੱਤਾ। ਦਿਨ ਚੜ੍ਹਨਾ ਸੀ, ਉਹਨੂੰ ਸਜ਼ਾ ਸੁਣਾਉਣੀ ਸੀ। ਉਨੀ ਦੇਰ ਨੂੰ ਇੱਕ ਸਮੁੰਦਰੀ ਜਹਾਜ਼ ਵਾਲਾ ਵਪਾਰੀ, ਉਹਦਾ ਜਹਾਜ਼ ਡੁੱਬ ਰਿਹਾ ਸੀ। ਉਹਨੂੰ ਆਕਾਸ਼ਬਾਣੀ ਹੋਈ, ਜੇ ਜਹਾਜ਼ ਬਚਾਉਣਾ ਚਾਹੁੰਦਾ ਹੈ, ਜਹਾਜ਼ ਤੇਰਾ ਤਾਂ ਬਚਣਾ ਹੈ ਜੇ ਕਿਸੇ ਇੱਕ ਦੀ ਬਲੀ ਦਿਓਗੇ। ਉਹ ਮਿਸਰ ਸ਼ਹਿਰ ਦਾ ਸਮਾਨ ਲੈ ਕੇ ਆ ਰਿਹਾ ਸੀ। ਸੰਦੇਸ਼ਾ ਪਹੁੰਚਿਆ
ਰਾਜਾ ਕਹਿੰਦਾ ਇਹ ਜਿਹੜਾ ਕੈਦੀ ਫੜ ਕੇ ਲਿਆਂਦਾ ਇਹ ਵਪਾਰੀ ਨੂੰ ਦੇ ਦਿਓ, ਆਪਾਂ ਕਾਹਨੂੰ ਪਾਪ ਕਰਨਾ ਹੈ, ਆਪੇ ਬਲੀ ਦਿੰਦਾ ਰਹੇਗਾ। ਉਹਨਾਂ ਨੇ ਬਸੰਤ ਨੂੰ ਉੱਥੇ ਜਹਾਜ਼ ਵਿੱਚ ਤੋਰ ਦਿੱਤਾ। ਵਪਾਰੀ ਨੇ ਕੀ ਕੀਤਾ, ਜਦੋਂ ਉਹਦੀ ਬਲੀ ਦੇਣ ਲੱਗਾ ਕਿਰਪਾਨ ਕੱਢੀ। ਬਸੰਤ ਕਹਿੰਦਾ ਠਹਿਰ ਜਾ, ਕੀ ਕਰਨ ਲੱਗਿਆ? ਕਹਿੰਦਾ ਤੇਰੀ ਬਲੀ ਦੇਣੀ ਹੈ ਤੇ ਮੇਰਾ ਜਹਾਜ਼ ਬਚ ਜਾਏਗਾ। ਬਸੰਤ ਕਹਿੰਦਾ ਜੇ ਤੇਰਾ ਮੈਂ ਜਹਾਜ਼ ਇੱਦਾਂ ਹੀ ਬਚਾ ਦਿਆਂ? ਕਹਿੰਦੇ ਬਚਾ ਦੇ, ਫਿਰ ਤੂੰ ਬਚ ਜਾਏਗਾ। ਕੀ ਹੋਇਆ? ਬਸੰਤ ਨੇ ਕਿਰਪਾਨ ਫੜੀ ਔਰ ਜਹਾਜ਼ ਦੀ ਇੱਕ ਸਤੀਰੀ 'ਤੇ ਮਾਰੀ, ਵਿੱਚੋਂ ਖੂਨ ਹੋ ਗਿਆ ਅਤੇ ਜਹਾਜ਼ ਉੱਪਰ ਤਰ ਗਿਆ। ਇਸੇ ਤਰ੍ਹਾਂ ਬਸੰਤ ਪਾਰ ਲੰਘਿਆ। ਕੀ ਦੇਖਦਾ? ਬ੍ਰਹਮਾ ਦੀ ਧਰਤੀ 'ਤੇ ਪਹੁੰਚ ਗਿਆ। ਬ੍ਰਹਮਾ ਦੇ ਰਾਜ ਦੇ ਵਿੱਚ ਰਾਣੀ ਚੰਦਰਬਦਨ ਰਾਜੇ ਦੀ ਲੜਕੀ ਸੀ। ਉਹ ਬਸੰਤ ਦਾ ਰੰਗ ਰੂਪ ਦੇਖ ਕੇ ਮੋਹਿਤ ਹੋ ਗਈ। ਉਹ ਕਹਿਣ ਲੱਗੀ ਆਪਣੀ ਮਾਤਾ ਨੂੰ, ਮਾਤਾ ਮੈਂ ਇਸ ਦੇ ਨਾਲ ਸ਼ਾਦੀ ਕਰਾਉਣੀ ਹੈ, ਨਹੀਂ ਤਾਂ ਮੈਂ ਮਰ ਜਾਵਾਂਗੀ। ਉਹਨੂੰ ਪੁੱਛਿਆ ਗਿਆ ਵੀ ਤੂੰ ਕੌਣ ਹੈ? ਉਹਨੇ ਦੱਸਿਆ ਵੀ ਮੈਂ ਖੜਕ ਸੈਨ ਦਾ ਪੁੱਤਰ ਹਾਂ। ਰਾਜੇ ਨੇ ਸੋਚਿਆ ਚਲੋ ਖਾਨਦਾਨੀ ਹੈ, ਰਾਜੇ ਦਾ ਪੁੱਤਰ ਹੈ, ਸ਼ਾਦੀ ਕਰ ਦਿੱਤੀ। ਸ਼ਾਦੀ ਕਰਕੇ ਜਦੋਂ ਆਪਣੇ ਘਰ ਨੂੰ ਜਾ ਰਿਹਾ ਹੈ, ਉਹਨੂੰ ਬਹੁਤ ਦਾਜ ਦਿੱਤਾ। ਦਾਜ ਦਹੇਜ ਨਾਲ ਜਹਾਜ਼ ਭਰ ਗਿਆ। ਜਦੋਂ ਜੰਗਲ ਦੇ ਚੋਂ ਬਾਹਰ ਆ ਕੇ ਸਮੁੰਦਰੀ ਜਹਾਜ਼ ਦੇ ਵਿੱਚ ਪਹੁੰਚੇ, ਜਹਾਜ਼ ਸਮਾਨ ਨਾਲ ਭਰ ਗਿਆ। ਉਹ ਜਹਾਜ਼ ਵਾਲਾ ਫਿਰ ਬੇਈਮਾਨ ਹੋ ਗਿਆ। ਇੰਨਾ ਦਾਜ ਹੈ, ਇੰਨਾ ਰਾਸ਼ਨ ਸਮਾਨ ਦਿੱਤਾ ਹੈ, ਕਿਉਂ ਨਾ ਮੈਂ ਬਸੰਤ ਨੂੰ ਮਾਰ ਦਿਆਂ। ਉਹਨੇ ਬਸੰਤ ਨੂੰ ਧੱਕਾ ਦਿੱਤਾ ਅਤੇ ਸਮੁੰਦਰ ਵਿੱਚ ਸੁੱਟ ਦਿੱਤਾ। ਪਿਆਰਿਓ, ਉਹ ਹੌਲੀ ਸਮੁੰਦਰ ਤੋਂ ਕੰਢੇ 'ਤੇ ਪਹੁੰਚ ਗਿਆ। ਇੱਕ ਧੋਬੀ ਨੇ ਦੇਖਿਆ ਨੌਜਵਾਨ ਬੱਚਾ ਪਿਆ ਹੈ ਔਰ ਸਾਹ ਲੈ ਰਿਹਾ ਹੈ। ਉਹਨੂੰ ਬਾਹਰ ਕੱਢਿਆ, ਆਪਣੇ ਘਰ ਲੈ ਗਿਆ। ਉਧਰ ਰਾਣੀ ਚੰਦਰਬਦਨ ਅਤੇ ਵਪਾਰੀ ਕਹਿਣ ਲੱਗਾ ਤੇਰਾ ਘਰ ਵਾਲਾ ਪੂਰਾ ਹੋ ਗਿਆ ਹੈ, ਹੁਣ ਤੂੰ ਮੇਰੇ ਨਾਲ ਸ਼ਾਦੀ ਕਰ ਲੈ। ਉਹ ਕਹਿੰਦੀ ਨਹੀਂ, ਪਹਿਲਾਂ ਮੈਨੂੰ ਮੇਰੇ ਪਤੀ ਰੂਪ ਬਸੰਤ ਦੀ ਕੋਈ ਕਹਾਣੀ ਸੁਣਾਵੇ ਅਤੇ ਮੈਂ ਉਹ ਕਹਾਣੀ ਸੁਣ ਕੇ ਸੋਚਾਂਗੀ ਕਿ ਤੇਰੇ ਨਾਲ ਸ਼ਾਦੀ ਕਰਨੀ ਹੈ ਕਿ ਨਹੀਂ। ਇੰਨੀ ਗੱਲ ਦਾ ਜਦੋਂ ਬਸੰਤ ਨੂੰ ਪਤਾ ਲੱਗਿਆ, ਬਸੰਤ ਫਿਰ ਮਿਸਰ ਸ਼ਹਿਰ ਦੇ ਵਿੱਚ ਆਇਆ, ਜਿੱਥੇ ਵਪਾਰੀ ਦੁਆਰਾ ਪਹੁੰਚ ਗਿਆ ਸੀ। ਬਸੰਤ ਨੇ ਇਸਤਰੀਆਂ ਵਾਲੇ ਕੱਪੜੇ ਪਾ ਕੇ ਆ ਕੇ ਰੂਪ ਬਸੰਤ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਜਿੱਦਾਂ ਜਿੱਦਾਂ ਉਹਨਾਂ ਨਾਲ ਬੀਤੀ, ਸਾਰੀ ਕਹਾਣੀ ਸੁਣਾਈ। ਜਦੋਂ ਵਪਾਰੀ ਦੀ ਵਾਰੀ ਆਈ ਵੀ ਵਪਾਰੀ ਨੇ ਇੱਦਾਂ ਕਰਕੇ ਬਸੰਤ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਵਪਾਰੀ ਦੇ ਪੈਰਾਂ ਵਿੱਚੋਂ ਮਿੱਟੀ ਨਿਕਲਣੀ ਸ਼ੁਰੂ ਹੋ ਗਈ ਵੀ ਮੈਂ ਤਾਂ ਫਸ ਗਿਆ। ਰੂਪ ਬੜੇ ਧਿਆਨ ਨਾਲ ਕਹਾਣੀ ਸੁਣ ਰਿਹਾ ਸੀ। ਜਦੋਂ ਕਹਾਣੀ ਖਤਮ ਹੋਈ, ਫਿਰ ਰੂਪ ਪੁੱਛਦਾ
ਜਵਾਨ ਲੜਕੀ ਨੂੰ ਵੀ ਮੇਰਾ ਭਰਾ ਕਿੱਥੇ ਹੈ। ਉਹ ਕਹਿੰਦਾ ਤੇਰਾ ਭਰਾ ਤੈਨੂੰ ਸਵੇਰੇ ਮਿਲ ਜਾਏਗਾ, ਦਿਨ ਚੜ੍ਹਨ ਤੋਂ ਪਹਿਲਾਂ ਤੇਰਾ ਭਰਾ ਤੇਰੇ ਸਾਹਮਣੇ ਪੇਸ਼ ਹੋ ਜਾਏਗਾ। ਬਸੰਤ ਬਹੁਤ ਖੁਸ਼ ਹੈ। ਬਸੰਤ ਅੰਦਰ ਗਿਆ, ਉਹਨੇ ਇਸਤਰੀਆਂ ਵਾਲੇ ਬਸਤਰ ਲਾਏ, ਆਪਣੇ ਬਸਤਰ ਪਾਏ, ਦਿਨ ਚੜ੍ਹਦੇ ਨੂੰ ਰੂਪ ਦੇ ਸਾਹਮਣੇ ਪੇਸ਼ ਹੋਇਆ ਤੇ ਦੋਨੇ ਭਰਾਵਾਂ ਨੇ ਆਪਸ ਵਿੱਚ ਗੱਲ ਬੱਕੜੀ ਪਾਈ, ਬੜੇ ਪ੍ਰਸੰਨ ਹੋਏ। ਉਧਰੋਂ ਰਿਸ਼ੀ ਜੀ ਰਾਜਾ ਖੜਕਸੈਨ ਦੇ ਮਹਿਲ ਵਿੱਚ ਪਹੁੰਚ ਗਏ। ਕੀ ਦੇਖਦੇ ਹੈ, ਰਾਜਾ ਬਹੁਤ ਦੁਖੀ ਹੈ, ਕੋਈ ਔਲਾਦ ਨਹੀਂ ਹੈ, ਸਰੀਰ ਬਿਰਧ ਹੋ ਗਿਆ ਹੈ। ਉਹ ਰਿਸ਼ੀ ਜੀ ਨੂੰ ਨਮਸਕਾਰ ਕੀਤੀ ਔਰ ਰਿਸ਼ੀ ਜੀ ਨੇ ਸਾਰੀ ਵਾਰਤਾ ਸੁਣਾਈ। ਰਾਜਾ ਖੜਕਸੈਨ ਰਿਸ਼ੀ ਦੇ ਨਾਲ ਰੂਪ ਬਸੰਤ ਨੂੰ ਮਿਲਣ ਵਾਸਤੇ ਆਇਆ ਔਰ ਆਪਣੇ ਮਹਿਲਾਂ ਵਿੱਚ ਜਾਣ ਲਈ ਆਖਿਆ, ਪਰ ਰੂਪ ਨੇ ਜਾਣ ਤੋਂ ਮਨਾ ਕਰ ਦਿੱਤਾ। ਕਹਿੰਦਾ ਮੈਂ ਇੱਥੇ ਰਾਜ ਕਰ ਰਿਹਾ ਹਾਂ, ਮੈਂ ਆਪਣਾ ਰਾਜ ਛੱਡ ਕੇ ਨਹੀਂ ਜਾ ਸਕਦਾ। ਤੇ ਬਸੰਤ ਨੂੰ ਨਾਲ ਲੈ ਕੇ ਗਏ। ਰਾਣੀ ਨੇ ਮਾਫੀਆਂ ਮੰਗੀਆਂ ਤੇ ਬਸੰਤ ਕਹਿਣ ਲੱਗਾ, ਨਹੀਂ ਮਾਤਾ, ਤੁਹਾਡੀ ਕੋਈ ਗਲਤੀ ਨਹੀਂ ਹੈ, ਸਾਡੇ ਕਰਮ ਹੀ ਐਸੇ ਲਿਖੇ ਸਨ। ਔਰ ਰਾਜੇ ਨੇ ਫਿਰ ਆਪਣੇ ਬਸੰਤ ਪੁੱਤਰ ਨੂੰ ਰਾਜ ਸੰਭਾਲਿਆ। ਇਸੇ ਤਰ੍ਹਾਂ ਪਿਆਰਿਓ, ਰੂਪ ਬਸੰਤ ਦੀ ਕਹਾਣੀ ਬਹੁਤ ਦੁਖਦਾਈ ਸੀ ਔਰ ਆਪਣਾ ਰਾਜ ਸੰਭਾਲ ਕੇ ਇਹ ਪ੍ਰਜਾ ਨੂੰ ਖੁਸ਼ ਕੀਤਾ। ਪ੍ਰਜਾ ਬੜੀ ਖੁਸ਼ ਹੈ। ਪਿਆਰਿਓ, ਇਸ ਤਰ੍ਹਾਂ ਨੇਕ ਕੰਮ ਕਰਿਆ ਕਰੋ, ਮਾੜੇ ਕੰਮਾਂ ਤੋਂ ਦੂਰ ਰਿਹਾ ਕਰੋ। ਭੁੱਲਾਂ ਗਲਤੀਆਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।